ਡਾਕਟਰਾਂ ਦੇ ਅਸਤੀਫੇ ਨੂੰ ਲੈ ਕੇ ਹੁਣ ਸਿਹਤ ਮੰਤਰੀ ਦਾ ਬਿਆਨ ਆਇਆ। ਬਲਬੀਰ ਸਿੱਧੂ ਨੇ ਕਿਹਾ ਕਿ ਨੌਕਰੀ ਨਾ ਛੱਡੋ, ਕੋਈ ਸ਼ਿਕਾਇਤ ਹੈ ਤਾਂ ਮੈਨੂੰ ਦੱਸੋ, ਭੱਜਣ ਦਾ ਨਹੀਂ ਹੈ, ਮਿਲ ਕੇ ਲੜਨ ਦਾ ਸਮਾਂ ਹੈ। ਬਲਬੀਰ ਸਿੱਧੂ ਦਾ ਬਿਆਨ ਆਇਆ, ਸਰਕਾਰ ਤੁਹਾਡੇ ਦਮ ਤੇ ਹੀ ਲੜ ਰਹੀ ਹੈ। ਬਲਬੀਰ ਸਿੱਧੂ ਨੇ ਕਿਹਾ ਹੈ ਕਿ ਬਿਮਾਰ ਲੋਕਾਂ ਨੂੰ ਤੁਹਾਡੀ ਕਾਫੀ ਲੋੜ ਹੈ। ਸਿਹਤ ਮੰਤਰੀ ਦਾ ਬਿਆਨ ਆਇਆ, ਡਾਕਟਰਸ ਦੇ ਵੱਲੋਂ ਅਸਤੀਫਿਆਂ ਦੇ ਉੱਤੇ ਬਿਆਨ ਆਇਆ। ਕੱਲ ਬਠਿੰਡਾ ਤੇ ਮੁਕਤਸਰ ਦੇ ਵਿੱਚ 4 ਡਾਕਟਰਸ ਦੇ ਵੱਲੋਂ ਅਸਤੀਫੇ ਦਿੱਤੇ ਗਏ ਸੀ। ਉਸ ਤੋਂ ਬਾਅਦ ਮਾਨਸਾ ਦੇ ਵਿੱਚ ਐਸਐਮਓ ਦੇ ਅਸਤੀਫੇ ਦੀ ਖਬਰ ਸਾਹਮਣੇ ਆਈ ਸੀ, ਜਿਨ੍ਹਾਂ ਨੇ ਅਸਤੀਫਾ ਹੁਣ ਏਡੀਸੀ ਦੇ ਭਰੋਸੇ ਤੋਂ ਬਾਅਦ ਵਾਪਸ ਲੈ ਲਿਆ। ਡਾਕਟਰਾਂ ਦੇ ਵੱਲੋਂ ਜ਼ਿਆਦਾ ਇਹੀ ਜਿਹੜਾ ਕਾਰਨ ਦੱਸਿਆ ਜਾ ਰਿਹਾ ਸੀ ਕਿ ਦਬਾਅ ਉਹਨਾਂ ਦੇ ਉੱਤੇ ਬਹੁਤ ਵੱਧ ਗਿਆ। ਉਸ ਤੋਂ ਬਾਅਦ ਸਿਹਤ ਮੰਤਰੀ ਦਾ ਵੱਡਾ ਬਿਆਨ ਆਇਆ ਕਿ ਨੌਕਰੀ ਨਾ ਛੱਡੋ, ਕੋਈ ਸ਼ਿਕਾਇਤ ਆ ਤਾਂ ਮੈਨੂੰ ਦੱਸੋ, ਇਹ ਭੱਜਣ ਦਾ ਨਹੀਂ ਸਗੋਂ ਮਿਲ ਕੇ ਲੜਨ ਦਾ ਸਮਾਂ ਹੈ। ਕੋਰੋਨਾ ਵਾਇਰਸ ਦੇ ਚੱਲਦੇ ਇਹੋ ਜਿਹੇ ਜਿਹੜੇ ਅਸਤੀਫੇ ਨੇ ਉਸ ਦੇ ਨਾਲ ਲੋਕਾਂ ਦਾ ਵੀ ਜ਼ਰੂਰ ਮਨੋਬਲ ਟੁੱਟੇਗਾ। ਤਾਂ ਉਸ ਤੋਂ ਬਾਅਦ ਹੁਣ ਸਿਹਤ ਮੰਤਰੀ ਦਾ ਬਿਆਨ ਆਇਆ ਕਿ ਸਰਕਾਰ ਤੁਹਾਡੇ ਦਮ ਤੇ ਹੀ ਲੜ ਰਹੀ ਹੈ, ਬਿਮਾਰ ਲੋਕਾਂ ਨੂੰ ਤੁਹਾਡੀ ਕਾਫੀ ਲੋੜ ਹੈ। ਤੇ ਉਧਰ ਡਾਕਟਰਸ ਦੇ ਅਸਤੀਫੇ ਨੂੰ ਲੈ ਕੇ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ। ਭਗਵੰਤ ਮਾਨ ਨੇ ਕੈਪਟਨ ਸਰਕਾਰ ਤੇ ਹਮਲਾ ਕੀਤਾ ਹੈ, ਕਿਹਾ ਹੈ ਕਿ ਖਰਾਬ ਸਿਸਟਮ ਦੇ ਕਾਰਨ ਡਾਕਟਰ ਅਸਤੀਫੇ ਦੇ ਰਹੇ ਨੇ। ਡਾਕਟਰਸ ਦਾ ਹੌਸਲਾ ਸਰਕਾਰ ਨੂੰ ਵਧਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਹੈ ਕਿ ਕੋਰੋਨਾ ਨਾਲ ਲੜਾਈ ਦੇ ਵਿੱਚ ਕੈਪਟਨ ਸਰਕਾਰ ਅਸਫਲ ਰਹੀ ਹੈ। ਤਾਂ ਡਾਕਟਰਸ ਦੇ ਅਸਤੀਫਿਆਂ ਤੋਂ ਬਾਅਦ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਭਗਵੰਤ ਮਾਨ ਦਾ ਬਿਆਨ ਆਇਆ, ਉਹਨਾਂ ਨੇ ਕੈਪਟਨ ਸਰਕਾਰ ਤੇ ਸਵਾਲ ਚੁੱਕੇ ਨੇ। ਕਿਹਾ ਹੈ ਕਿ ਕੋਰੋਨਾ ਦੇ ਨਾਲ ਲੜਾਈ ਦੇ ਵਿੱਚ ਕੈਪਟਨ ਸਰਕਾਰ ਅਸਫਲ ਹੋ ਗਈ ਹੈ, ਡਾਕਟਰਸ ਦਾ ਉਹਨਾਂ ਨੂੰ ਹੌਸਲਾ ਵਧਾਉਣਾ ਚਾਹੀਦਾ ਹੈ। ਕਿਹਾ ਹੈ ਕਿ ਖਰਾਬ ਸਿਸਟਮ ਦੇ ਕਾਰਨ ਡਾਕਟਰਸ ਦੇ ਵੱਲੋਂ ਅਸਤੀਫੇ ਦਿੱਤੇ ਜਾ ਰਹੇ ਨੇ। उधर बठिंडा हस्पताल च वड्डी लापरवाही सामने आई है। सवालों के विच बठिंडा दा सरकारी हस्पताल घिर गया। हस्पताल दे विचों बायोमैडिकल वेस्ट खुले दे विच मिलिया सी। बायोमैडिकल वेस्ट कल भी नहर कोलों बरामद होया सी। कल कोविड करके डेथ हो गई है, जिन्हों की डेड बॉडी असी मार्चरी में रखी है। तो इतने आके असीं देखते हैं भी बायोमैडिकल वेस्ट खुले तौर पर सिੱਟਿਆ ਪਿਆ, जिस नाल कि बीमारियों को खुले तौर पर दिता जा रहा है। ये बहुत ज़्यादा नुकसान है। ਕਿਹੜਾ ਹਸਪਤਾਲ ਹੈ, ਕਿਹੜਾ ਸ਼ਹਿਰ ਹੈ ਜੀ? गुरु की नगरी बठिंडा जी, लोकल है जी। नहीं हस्पताल ਕਿਹੜਾ ਹੈ ਵੀਰ ਜੀ? ये सिविल हॉस्पिटल के नाल मार्चरी है जी सरकारी अपने। ਤੇ ਬਠਿੰਡਾ ਤੋਂ ਇਸੇ ਖਬਰ ਤੇ ਹੋਰ ਜਾਣਕਾਰੀ ਦੇ ਲਈ ਸੂਰਜ ਭਾਨ ਫੋਨ ਲਾਈਨ ਤੇ ਜੁੜੇ ਨੇ। ਸੂਰਜ, ਕੀ ਹੈ ਪੂਰੀ ਜਾਣਕਾਰੀ? ਕੱਲ ਬਠਿੰਡਾ ਦੇ ਵਿੱਚ ਇੱਕ ਨਿੱਜੀ ਹਸਪੀਟਲ ਦਾ ਵੇਸਟ ਜਿਹੜਾ ਹੈਗਾ ਸੀ, ਬਾਇਓਮੈਡੀਕਲ ਵੇਸਟ, ਉਹ ਨਹਿਰ ਦੇ ਕੋਲੋਂ ਬਰਾਮਦ ਹੋਇਆ ਸੀ ਤੇ ਹੁਣ ਹਸਪਤਾਲ ਦੇ ਵਿੱਚ ਖੁੱਲੇ ਦੇ ਵਿੱਚ ਬਾਇਓਮੈਡੀਕਲ ਵੇਸਟ ਨਜ਼ਰ ਆ ਰਿਹਾ ਹੈ। ਦੇਖੋ, ਕੱਲ ਵੀ ਨਿਊਜ਼ 18 ਨੇ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਦਿਖਾਇਆ ਸੀ ਕਿ ਕਿਸ ਤਰ੍ਹਾਂ ਜਿਹੜੀ ਨਿੱਜੀ ਹਸਪੀਟਲ ਸੀਗੀ ਉਹ ਕਿਵੇਂ ਬਾਇਓਮੈਡੀਕਲ ਵੇਸਟ ਹੈ ਖੁੱਲੇ ਸਿੱਟ ਜਾਂਦੇ ਨੇ। ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਤੇ ਇਹ ਕਹਿ ਦਿੱਤਾ ਸੀ ਕਿ ਜਿਹੜੇ ਲੋਕ ਸਾਡੇ ਇਸ ਬਾਇਓਮੈਡੀਕਲ ਵੇਸਟ ਨੂੰ ਚੁੱਕ ਕੇ ਲਿਜਾਂਦੇ ਨੇ ਉਹਨਾਂ ਦੀ ਨਲਾਇਕੀ ਹੋ ਸਕਦੀ ਹੈ, ਉਹਨਾਂ ਦੀ ਅਣਗਹਿਲੀ ਹੋ ਸਕਦੀ ਹੈ। ਪਰ ਅੱਜ ਵੱਡਾ ਮਾਮਲਾ ਸਾਹਮਣੇ ਆਇਆ ਕਿ ਸਿਵਲ ਹਸਪੀਟਲ ਦੇ ਵਿੱਚ ਖੁਦ ਕਿਸੇ ਸਰਕਾਰੀ ਅਧਿਕਾਰੀ ਨੇ, ਜਿਨ੍ਹਾਂ ਨੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਲੋਕਾਂ ਨੂੰ ਗਿਆਨ ਦੇਣਾ ਹੁੰਦਾ, ਦੱਸਣਾ ਹੁੰਦਾ ਹੈ ਕਿ ਬਾਇਓਮੈਡੀਕਲ ਵੇਸਟ ਹੈ ਉਸ ਨੂੰ ਕਿਸ ਤਰੀਕੇ ਨਾਲ ਸੰਭਾਲ ਕੇ ਰੱਖਣਾ, ਤੇ ਇਹਨਾਂ ਨੇ ਹੀ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਹੁੰਦੀ ਹੈ। ਪਰ ਜਦੋਂ ਇਹੀ ਇਸ ਤਰ੍ਹਾਂ ਦੀਆਂ ਕਾਨੂੰਨ ਦੀਆਂ ਧੱਜੀਆਂ ਉਡਾਉਣਗੇ, ਇਸ ਤਰ੍ਹਾਂ ਖੁੱਲੇ ਦੇ ਵਿੱਚ ਬਾਇਓਮੈਡੀਕਲ ਵੇਸਟ ਮਿਲੇਗਾ। ਹਾਲਾਂਕਿ ਇਸ ਦੀ ਗਿਣਤੀ ਜ਼ਿਆਦਾ ਵੱਡੀ ਨਹੀਂ ਹੈ, 2-3 ਪੈਕਟ ਹੀ ਨਜ਼ਰ ਆ ਰਹੇ ਨੇ ਜਾਂ ਗਲਵਜ਼ ਦੇ ਜਿਹੜੇ ਡਸਟਬਿਨ ਨੇ ਉਹ ਭਰੇ ਹੋਏ ਨਜ਼ਰ ਆ ਰਹੇ ਨੇ। ਪਰ ਜਦੋਂ ਇਨਫੈਕਸ਼ਨ ਹੋਣੀ ਹੁੰਦੀ ਹੈ ਤਾਂ ਸਿਰਫ ਇੱਕ ਚੀਜ਼ ਹੋ ਸਕਦੀ ਹੈ, ਇੰਨਾ ਤਾਂ ਬਹੁਤ ਜ਼ਿਆਦਾ ਵੱਡਾ ਮਟੀਰੀਅਲ ਹੈ ਜਿਸ ਦੇ ਨਾਲ ਬਹੁਤ ਵੱਡੀ ਇਨਫੈਕਸ਼ਨ ਫੈਲ ਸਕਦੀ ਹੋਊਗੀ ਉਸ ਜਗ੍ਹਾ ਦੇ ਉੱਪਰ, ਜਿਸ ਜਗ੍ਹਾ ਦੇ ਉੱਪਰ ਲੋਕ ਆਪਦਾ ਇਲਾਜ ਕਰਾਉਣ ਆਉਂਦੇ ਹਨ। ਜੇ ਇਲਾਜ ਦੀ ਜਗ੍ਹਾ ਤੇ ਉਹਨਾਂ ਨੂੰ ਬਿਮਾਰੀਆਂ ਵੰਡੀਆਂ ਜਾਣ ਤਾਂ ਜ਼ਾਹਿਰ ਤੌਰ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ। ਹੁਣ ਉਮੀਦ ਕੀ ਕਰਦੀ ਹੈ ਕਿ ਇਹਨਾਂ ਸਰਕਾਰੀ ਅਧਿਕਾਰੀਆਂ ਦੇ, ਇਹਨਾਂ ਡਾਕਟਰਾਂ ਦੇ, ਇਹਨਾਂ ਬਾਗੂਆਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਏਗੀ ਜਾਂ ਸਿਰਫ ਇੱਕ ਖਬਰ ਬਣ ਕੇ ਰਹਿ ਜਾਏਗੀ। ਜੀ ਸ਼ੁਕਰੀਆ ਸੂਰਜ ਇਸ तमाम ਜਾਣਕਾਰੀ ਦੇ ਲਈ। ਤਾਂ ਬਠਿੰਡਾ ਦੇ ਵਿੱਚ ਕੱਲ ਨਿੱਜੀ ਹਸਪਤਾਲ ਦਾ ਵੇਸਟ ਕਾਫੀ ਵੱਡੀ ਗਿਣਤੀ ਦੇ ਵਿੱਚ ਸਿਰਿੰਜਾਂ, ਗਲਵਜ਼ ਵਗੈਰਾ ਮਿਲੇ ਸੀ। ਨਹਿਰ ਦੇ ਕੋਲੋਂ ਇਹ ਵੇਸਟੇਜ ਮਿਲਿਆ ਸੀ ਤੇ ਹੁਣ ਬਠਿੰਡਾ ਦੇ ਵਿੱਚ ਹਸਪਤਾਲ ਦੇ ਵਿੱਚ ਹਾਲਾਂਕਿ ਥੋੜੀ ਕੁਆਂਟੀਟੀ ਹੈ ਲੇਕਿਨ ਫਿਰ ਵੀ ਜਿਹੜਾ ਬਾਇਓਮੈਡੀਕਲ ਵੇਸਟ ਹੈ ਉਹ ਖੁੱਲੇ ਦੇ ਵਿੱਚ ਪਿਆ ਨਜ਼ਰ ਆ ਰਿਹਾ। ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ। ਤਾਂ ਬਠਿੰਡਾ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਜ਼ਰ ਆ ਰਿਹਾ। ਅੱਜ ਹਸਪਤਾਲ ਦੇ ਵਿੱਚੋਂ ਮੈਡੀਕਲ ਵੇਸਟ ਮਿਲਿਆ ਹੈ। ਕੱਲ ਇਹ ਖੁੱਲੇ ਦੇ ਵਿੱਚ ਇਹ ਮੈਡੀਕਲ ਵੇਸਟ ਪਿਆ ਸੀ ਤੇ ਕੱਲ ਨਹਿਰ ਦੇ ਨੇੜਿਓਂ ਮੈਡੀਕਲ ਵੇਸਟ ਵੱਡੀ ਗਿਣਤੀ ਦੇ ਵਿੱਚ ਮਿਲਿਆ ਸੀ। ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ, ਪਰ ਕਾਰਵਾਈ ਕਿਉਂ ਨਹੀਂ ਹੋਈ, ਇਹ ਸਵਾਲ ਬਣਿਆ ਹੋਇਆ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਅੱਜ ਹਸਪਤਾਲ ਦੇ ਵਿੱਚੋਂ ਖੁੱਲੇ ਦੇ ਵਿੱਚ ਪਿਆ ਇਹ
ਬਾਇਓਮੈਡੀਕਲ ਵੇਸਟ ਮਿਲਿਆ ਤੇ ਦੂਸਰੇ ਪਾਸੇ ਕੱਲ ਨਹਿਰ ਦੇ ਨੇੜਿਓਂ ਬਾਇਓਮੈਡੀਕਲ ਵੇਸਟ ਵੱਡੀ ਗਿਣਤੀ ਦੇ ਵਿੱਚ ਮਿਲਿਆ ਸੀ। ਵੱਡੀ ਗਿਣਤੀ ਦੇ ਵਿੱਚ ਗਲਵਜ਼, ਸਿਰਿੰਜਾਂ ਤੇ ਹੋਰ ਜਿਹੜਾ ਬਾਇਓਮੈਡੀਕਲ ਵੇਸਟ ਸੀ ਉਹ ਵੱਡੀ ਗਿਣਤੀ ਦੇ ਵਿੱਚ ਮਿਲਿਆ ਸੀ, ਜਿੱਥੇ ਇੱਕ ਨਿੱਜੀ ਹਸਪਤਾਲ ਦਾ ਬਿੱਲ ਵੀ ਬਰਾਮਦ ਹੋਇਆ ਸੀ। ਲੇਕਿਨ ਅਜੇ ਤੱਕ ਕੋਈ ਕਾਰਵਾਈ ਸਾਹਮਣੇ ਨਹੀਂ ਆ ਰਹੀ। ਤੇ ਉਧਰ ਜਿੱਥੇ ਕੋਰੋਨਾ ਕਾਲ ਦੇ ਵਿੱਚ ਲੋਕ ਇੱਕ ਦੂਸਰੇ ਦੀ ਮਦਦ ਕਰਦੇ ਸਾਹਮਣੇ ਆ ਰਹੇ ਨੇ, ਐਨਜੀਓਜ਼ ਜਾਂ ਹੋਰ ਸੰਸਥਾਵਾਂ ਮਦਦ ਕਰ ਰਹੀਆਂ ਨੇ ਲੋਕਾਂ ਦੀ, ਉੱਥੇ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ। ਇੱਕ ਐਂਬੂਲੈਂਸ ਚਾਲਕ ਤੇ ਗੰਭੀਰ ਇਲਜ਼ਾਮ ਲੱਗੇ ਨੇ। 1,20,000 ਰੁਪਏ ਵਸੂਲਣ ਇਲਜ਼ਾਮ ਲੱਗੇ ਨੇ। ਗੁਰੂਗ੍ਰਾਮ ਤੋਂ ਲੁਧਿਆਣਾ ਤੱਕ 1,20,000 ਰੁਪਏ ਐਂਬੂਲੈਂਸ ਵਾਲੇ ਦੇ ਵੱਲੋਂ ਵਸੂਲੇ ਗਏ ਨੇ। ਇੱਕ ਕੋਰੋਨਾ ਪੀੜਤ ਮਹਿਲਾ ਨੂੰ ਲੁਧਿਆਣਾ ਪਹੁੰਚਾਉਣ ਦੇ ਲਈ 1,20,000 ਰੁਪਏ ਐਂਬੂਲੈਂਸ ਦੇ ਲਈ ਲਏ ਗਏ ਨੇ। ਦਿੱਲੀ ਦਾ ਇਹ ਐਂਬੂਲੈਂਸ ਚਾਲਕ ਦੱਸਿਆ ਜਾ ਰਿਹਾ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਦੇ ਦਿੱਤੀ ਹੈ। मदर इन लॉ को कोविड के कारण ऑक्सीजन लेवल बहुत डाउन हो गया था। इवन उनका ऑक्सीजन लेवल जो था वो 45-50 तक जाने लग गया था ज़रा से भी कुछ कहलने से। तो उनको इमरजेंसी हॉस्पिटल ले जाना था। मैं हॉस्पिटल ले जाने के लिए भटक रहा था गुड़गांव में, कहीं कोई बेड मिल जाए पर नहीं मिल रहा था। तो इतने में मेरी वाइफ को कहीं से पता चला कि लुधियाना में एक बेड अवेलेबल है, तो उनको इमरजेंसी वहाँ ले जाना था। तो जैसे नंबर फॉरवर्ड होके आते हैं कि यहाँ एम्बुलेंस अवेलेबल है, तो हमने कॉल किया। उन्होंने कहा कि एम्बुलेंस में आपको 1,20,000 देने पड़ेंगे। हमने कहा कि कुछ कम कर दीजिए। उन्होंने कुछ नहीं किया। उन्होंने कहा 1,20,000 देने पड़ेंगे। इवन वो यहाँ से चलने के लिए भी तैयार नहीं थे जब तक उन्हें सरकार ने बहुत अच्छा फैसला लिया, और जिन्होंने गलत चार्ज किया है उन पे हम पीछे भी साहब से मिले थे। कार्रवाई होनी चाहिए, क्योंकि इस तरह से तो पैसा बदनाम हो जाता है। मैं इसमें अपने सालों से लगा हूँ, मेरी ज़िंदगी इसमें लगा दी। मैंने अपने घर का पैसा भी सारा इसी में लगा दिया। सेवा अलग चीज़ है। हम जब कभी कोई आपदा आई है तो हमने एसोसिएशन की तरफ से 2-2 महीने तक फ्री एम्बुलेंस चलाई है। एक नहीं, 2 नहीं, 5-5 एम्बुलेंस चलाई है। और हमेशा हमने कह रखा किसी साथी को अगर एम्बुलेंस ना मिले तो हम देने के लिए फ्री तैयार रहते हैं। लेकिन कुछ एक ऐसे साथी है जिनका हमें भी पूरी तरह से नहीं पता, जिन्होंने इस पैसे को बदनाम करा, उन पर कार्रवाई होनी चाहिए। ਐਂਬੂਲੈਂਸ ਚਾਲਕਾਂ ਦੀ ਮਨਮਾਨੀ ਦੇਖਣ ਨੂੰ ਮਿਲ ਰਹੀ ਹੈ। ਲਗਾਤਾਰ ਐਂਬੂਲੈਂਸ ਚਾਲਕ ਤੇ ਗੰਭੀਰ ਇਲਜ਼ਾਮ ਲੱਗੇ ਨੇ। ਗੁਰੂਗ੍ਰਾਮ ਤੋਂ ਲੁਧਿਆਣਾ ਲਿਜਾਣ ਦੇ 1,20,000 ਰੁਪਏ ਵਸੂਲੇ ਗਏ ਨੇ। ਗੰਭੀਰ ਇਲਜ਼ਾਮ ਨੇ। ਹਾਲਾਂਕਿ ਇੱਕ ਪਾਸੇ ਇਨਸਾਨੀਅਤ ਨੂੰ ਬੁਲੰਦ ਕਰਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਦੂਸਰੇ ਪਾਸੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ। ਦੂਸਰੇ ਪਾਸੇ ਐਂਬੂਲੈਂਸ ਚਾਲਕਾਂ ਦੀ ਮਨਮਾਨੀ ਤੇ ਨਕੇਲ ਕਸੀ ਜਾ ਰਹੀ ਹੈ। ਦਿੱਲੀ ਸਰਕਾਰ ਨੇ ਐਂਬੂਲੈਂਸ ਦੇ ਕਿਰਾਏ ਤੈਅ ਕਰ ਦਿੱਤੇ ਨੇ। ਪੀਟੀਏ ਐਂਬੂਲੈਂਸ ਦੇ ਲਈ ਪ੍ਰਤੀ 10 ਕਿਲੋਮੀਟਰ ਦੇ 1,500 ਰੁਪਏ, ਲਾਈਫ ਸਪੋਰਟ ਐਂਬੂਲੈਂਸ ਦੇ ਲਈ 10 ਕਿਲੋਮੀਟਰ ਦੇ 2,000 ਰੁਪਏ ਤੇ ਐਡਵਾਂਸ ਲਾਈਫ ਸਪੋਰਟ ਐਂਬੂਲੈਂਸ ਦੇ ਲਈ 10 ਕਿਲੋਮੀਟਰ ਦੇ 4,000 ਰੁਪਏ ਤੈਅ ਕਰ ਦਿੱਤੇ ਗਏ ਨੇ। ਮਰੀਜ਼ਾਂ ਤੋਂ ਵੱਖ-ਵੱਖ ਜਗ੍ਹਾਵਾਂ ਤੇ ਮਨਮਾਨੇ ਰੇਟ ਵਸੂਲਣ ਦੀਆਂ ਖਬਰਾਂ ਮਿਲ ਰਹੀਆਂ ਸਨ, ਜਿਸ ਤੋਂ ਬਾਅਦ ਇਹ ਰੇਟ ਤੈਅ ਕੀਤੇ ਗਏ ਨੇ। ਤਾਂ ਦਿੱਲੀ ਦੇ ਵਿੱਚ ਐਂਬੂਲੈਂਸ ਚਾਲਕਾਂ ਦੀ ਮਨਮਾਨੀ ਤੇ ਨਕੇਲ ਕੱਸ ਦਿੱਤੀ ਗਈ ਹੈ ਤੇ ਐਂਬੂਲੈਂਸਾਂ ਦੇ ਰੇਟ ਤੈਅ ਕਰ ਦਿੱਤੇ ਗਏ ਨੇ। ਤੇ ਉਧਰ ਆਕਸੀਜਨ ਸਪਲਾਈ ਨੂੰ ਲੈ ਕੇ ਅਨਿਲ ਵਿਜ ਦੀ ਸਲਾਹ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਮਿਲਟਰੀ ਜਾਂ ਪੈਰਾ ਮਿਲਟਰੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾਵੇ। ਕੰਟਰੋਲ ਮੈਨੇਜਮੈਂਟ ਮਿਲਟਰੀ ਪੈਰਾ ਮਿਲਟਰੀ ਨੂੰ ਦਿੱਤੀ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਸੁਰੱਖਿਆ ਸੁਚਾਰੂ ਸਪਲਾਈ ਲਈ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਆਕਸੀਜਨ ਸਪਲਾਈ ਨੂੰ ਲੈ ਕੇ ਲਗਾਤਾਰ ਵਿਵਾਦ ਪੈਦਾ ਹੋ ਰਹੇ ਨੇ। ਸੂਬਿਆਂ ਵੱਲੋਂ ਇੱਕ ਦੂਸਰੇ ਤੇ ਇਲਜ਼ਾਮ ਤਰਾਸ਼ੀਆਂ ਵੀ ਕੀਤੀਆਂ ਜਾ ਰਹੀਆਂ ਨੇ। ਤਾਂ ਉਸ ਦੇ ਚੱਲਦੇ ਅਨਿਲ ਵਿਜ ਨੇ ਟਵੀਟ ਕਰਕੇ ਇਹ ਸਲਾਹ ਦਿੱਤੀ ਹੈ ਕਿ ਮਿਲਟਰੀ ਤੇ ਪੈਰਾ ਮਿਲਟਰੀ ਨੂੰ ਇਸ ਦੀ ਜ਼ਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ। ਤਾਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਵੱਲੋਂ ਇਹ ਸਲਾਹ ਦਿੱਤੀ ਗਈ ਹੈ। ਟਵੀਟ ਕਰਕੇ ਉਹਨਾਂ ਦੇ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਪੈਰਾ ਮਿਲਟਰੀ ਤੇ ਮਿਲਟਰੀ ਨੂੰ ਆਕਸੀਜਨ ਦੀ ਜ਼ਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ। ਉਹਨਾਂ ਨੂੰ ਇਹ ਹੈਂਡਓਵਰ ਕਰ ਦੇਣਾ ਚਾਹੀਦਾ ਹੈ। ਸਿਕਿਉਰਿਟੀ ਦੇ ਲਈ ਵੀ ਇਹ ਚੰਗਾ ਰਹੇਗਾ, ਸੁਰੱਖਿਆ ਦੇ ਲਈ ਵੀ, ਤੇ ਇਸ ਦੇ ਨਾਲ ਸਪਲਾਈ ਦੇ ਵਿੱਚ ਵੀ ਕੋਈ ਜਿਹੜੀ ਰੋਕ ਹੈਗੀ ਆ ਉਹ ਨਹੀਂ ਹੋਵੇਗੀ ਤੇ ਸਮੂਥ ਸਪਲਾਈ ਜਾਰੀ ਰਹੇਗੀ। ਆਕਸੀਜਨ ਸਪਲਾਈ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਕਿਹਾ ਹੈ ਕਿ ਆਕਸੀਜਨ ਦੀ ਕੰਟਰੋਲ ਤੇ ਮੈਨੇਜਮੈਂਟ ਮਿਲਟਰੀ ਜਾਂ ਪੈਰਾਮਿਲਟਰੀ ਫੋਰਸਸ ਨੂੰ ਦੇ ਦੇਣੀ ਚਾਹੀਦੀ ਹੈ।
ਤੇ ਉਧਰ ਕੋਰੋਨਾ ਮਾਮਲਿਆਂ ਦੇ ਵਿਚਾਲੇ ਵਿਦੇਸ਼ੀ ਮਦਦ ਪਹੁੰਚਣ ਦਾ ਸਿਲਸਿਲਾ ਵੀ ਜਾਰੀ ਹੈ। ਸਵਿਟਜ਼ਰਲੈਂਡ ਤੋਂ ਹੁਣ ਮਦਦ ਦੀ ਖੇਪ ਪਹੁੰਚੀ ਹੈ। 600 ਆਕਸੀਜਨ ਕਨਸੈਂਟਰੇਟਰ ਲੈ ਕੇ ਜਹਾਜ਼ ਭਾਰਤ ਆਇਆ। 50 ਵੈਂਟੀਲੇਟਰ ਤੇ ਹੋਰ ਮੈਡੀਕਲ ਉਪਕਰਨ ਵੀ ਇਸ ਦੇ ਵਿੱਚ ਸ਼ਾਮਲ ਨੇ। ਇਸ ਤੋਂ ਇਲਾਵਾ ਨੈਦਰਲੈਂਡ ਤੋਂ 449 ਵੈਂਟੀਲੇਟਰ 100 ਆਕਸੀਜਨ ਕਨਸੈਂਟਰੇਟਰ ਭਾਰਤ ਪਹੁੰਚੇ ਨੇ। ਕੱਲ ਬੈਂਕਾਕ ਤੇ ਸਿੰਗਾਪੁਰ ਤੋਂ ਵੀ ਭਾਰਤ ਨੂੰ ਮਦਦ ਮਿਲੀ ਸੀ। ਤੇ ਜਿੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ, ਭਾਰਤ ਦੇ ਲਈ ਇੱਕ ਔਖੀ ਘੜੀ ਹੈ, ਉਸ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵੱਲੋਂ ਭਾਰਤ ਦੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ। ਤੇ ਹੁਣ ਸਵਿਟਜ਼ਰਲੈਂਡ ਤੇ ਨੈਦਰਲੈਂਡ ਤੋਂ ਮਦਦ ਦੀ ਖੇਪ ਆਈ ਹੈ। ਆਕਸੀਜਨ ਕਨਸੈਂਟਰੇਟਰ ਤੇ ਹੋਰ ਉਪਕਰਨ ਵੈਂਟੀਲੇਟਰਾਂ ਸਮੇਤ ਇੱਕ ਖੇਪ ਹੈ ਜਿਹੜੀ ਉਹ ਭਾਰਤ ਲਿਆਂਦੀ ਗਈ ਹੈ। ਅੱਗੇ ਵਧਦੇ ਹਾਂ, ਹੁਣ ਕੁਝ ਉਹਨਾਂ ਤਸਵੀਰਾਂ ਦੀ ਗੱਲ ਕਰਦੇ ਹਾਂ ਜੋ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕਰਦੀਆਂ ਨੇ। ਪਹਿਲੀ ਤਸਵੀਰ ਫਗਵਾੜਾ ਦੀ ਹੈ, ਜਿੱਥੇ ਲਾਕਡਾਊਨ ਦੌਰਾਨ ਦੌਰੇ ਤੇ ਨਿਕਲੇ ਐਸਐਚਓ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਦੇ ਨੇ ਤੇ ਫਿਰ ਸਸਪੈਂਸ਼ਨ ਚੱਲਦੇ ਨੇ। ਜਦਕਿ ਦੂਸਰੀ ਤਸਵੀਰ ਫਿਲੌਰ ਤੋਂ ਹੈ, ਜਿੱਥੇ ਪੁਲਿਸ ਦਾ ਕਾਰਨਾਮਾ ਸਵਾਲਾਂ ਦੇ ਘੇਰੇ 'ਚ ਹੈ। ਇੱਥੇ ਪੁਲਿਸ ਨੇ ਬੰਦ ਦੁਕਾਨ ਦਾ ਸ਼ਟਰ ਖੁਲਵਾ ਕੇ ਇੱਕ ਦਰਜੀ ਦਾ ਚਲਾਨ ਕੱਟ ਦਿੱਤਾ ਤੇ ਉਹ ਵੀ ਮਾਸਕ ਦਾ। ਦੋ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਤੇ ਉਧਰ ਫਗਵਾੜਾ ਦੇ ਵਿੱਚੋਂ ਹੁਣ ਸਬਜ਼ੀ ਵਾਲੇ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਹੁਣ ਫਿਲੌਰ ਦੇ ਵਿੱਚ ਵੀ ਇੱਕ ਹੋਰ ਐਸਐਚਓ ਦੀ ਧੱਕੇਸ਼ਾਹੀ ਸਾਹਮਣੇ ਆਈ ਹੈ। ਐਸਐਚਓ ਨੇ ਦਰਜੀ ਦੀ ਬੰਦ ਦੁਕਾਨ ਨੂੰ ਖੁਲਵਾਇਆ ਤੇ ਫਿਰ ਉਸ ਦਾ ਮਾਸਕ ਦਾ 1000 ਰੁਪਏ ਦਾ ਚਲਾਨ ਕੱਟ ਦਿੱਤਾ। ਸੀਸੀਟੀਵੀ ਦੇ ਵਿੱਚ ਐਸਐਚਓ ਦੀ ਇਹ ਧੱਕੇਸ਼ਾਹੀ ਕੈਦ ਹੋਈ ਹੈ। ਮਜਬੂਰ ਨਾ ਕਰੀ, ਮੈਂ ਬੱਚਾ ਨਾ ਦੇਤੇ ਦੁਕਾਨ 3 ਮਹੀਨੇ ਸੀਲ ਹੈ। ਫਿਰ ਮੈਂ ਦੁਕਾਨ ਤੇ ਬੈਠ ਕੇ ਆਪਣਾ ਕੰਮ ਕਰ ਰਿਹਾ ਸੀ, ਥੋੜਾ ਜਿਹਾ ਕੰਮ ਦੇਣ ਵਾਲਾ ਪਿਆ ਸੀਗਾ ਮੇਰਾ ਜੀ। ਤੇ ਐਸਐਚਓ ਸਾਹਿਬ ਦੀ ਗੱਡੀ ਦੀ ਆਵਾਜ਼ ਆਈ ਤੇ ਉਧਰੋਂ ਤੇ ਉਹਨਾਂ ਦੇ ਇੱਕ ਮੁਲਾਜ਼ਮ ਉਤਰਿਆ ਤੇ ਉਹਨੇ ਸ਼ਟਰ ਚੱਕਿਆ ਤੇ ਉਹ ਕਹਿੰਦੇ ਤੇ ਐਸਐਚਓ ਸਾਹਿਬ ਬਾਹਰ ਸੱਦੇ। ਮੈਂ ਗਿਆ, ਮੈਂ ਕਿਹਾ ਹਾਂਜੀ ਸਰ। ਕਹਿੰਦੇ ਤੂੰ ਦੁਕਾਨ ਕਿਉਂ ਖੋਲੀ ਆ? ਮੈਂ ਕਿਹਾ ਸਰ ਮੇਰੀ ਦੁਕਾਨ ਬੰਦ ਆ ਜੀ, ਮੈਂ ਨਹੀਂ ਖੋਲੀ ਹੈਗੀ ਤੇ ਮੈਂ ਅੰਦਰ ਬੈਠ ਕੇ ਕੰਮ ਦੇਣ ਵਾਲਾ ਸੀਗਾ, ਮੈਂ ਉਹ ਕਰ ਰਿਹਾ ਵਾ। ਉਹ ਕਹਿੰਦੇ ਤੈਨੂੰ ਪਤਾ ਨਹੀਂ ਬਾਹਰ ਲਾਕਡਾਊਨ ਲੱਗਾ? ਮੈਂ ਕਿਹਾ ਸਰ ਲੱਗਾ ਤਾਂ ਹੈਗਾ ਬਾਹਰ ਲਾਕਡਾਊਨ, ਪਰ ਮੈਂ ਅੰਦਰ ਬੈਠ ਕੇ ਆਪਣਾ ਕੰਮ ਕਰ ਰਿਹਾ ਵਾ। ਤੇ ਉਹ ਕਹਿੰਦੇ ਹਾਂ ਤੂੰ ਮਾਸਕ ਨਹੀਂ ਲਾਇਆ? ਮੈਂ ਕਿਹਾ ਸਰ ਮੈਂ ਦੁਕਾਨ 'ਚ ਅੰਦਰ ਇਕੱਲਾ ਹੀ ਬੈਠਾ, ਮੈਨੂੰ ਮਾਸਕ ਦੀ ਜ਼ਰੂਰਤ ਹੀ ਨਹੀਂ। ਤੇ ਇੰਨੇ 'ਚ ਐਸਐਚਓ ਸਾਹਿਬ ਉਤਰੇ ਤੇ ਕਹਿੰਦੇ ਚਲਾਨ ਬੁੱਕ ਫੜਾਓ। ਤੇ ਅੰਦਰ ਆਏ ਤੇ ਕਹਿੰਦੇ ਵੀ ਐਰਕੀ ਤੇਰਾ 1000 ਰੁਪਏ ਦਾ ਚਲਾਨ ਕਰਨ ਲੱਗਾ ਵਾ, ਕੱਲ ਤੋਂ ਜੇ तेरी दुकान खुली हुई तो तेरी 3 महीने वास्ते दुकान सील की जाओ। इसमें ये इशू है कि हमारे पास क्लियर गवर्नमेंट गाइडलाइंस है कि जो नॉन एसेंशियल शॉप्स है वो बंद रहेंगी, और आई बिलीव जो टेलरिंग शॉप है वो नॉन एसेंशियल शॉप है। तो इस करके आई थिंक एक्शन इज़ जस्टिफाइड, क्योंकि बाकी अगर इसी लॉजिक के हाफ शटर खोल के बाकी लोग भी बैठ जाएंगे तो सारा जो है मार्केट खुल जाएगा। तो ये इम्पॉर्टेंट है डेटरेंस के लिए भी, एंड आई थिंक इसमें लोगों की कोऑपरेशन भी हमें चाहिए। कोविड